ਮਨੁੱਖ ਦੇ ਹੱਥੋਂ ਜੇ ਹੋਵੇ ਭਲਾ ਕਿਸੇ ਦਾ, ਪਿਆ ਗੱਲ ਗੱਲ ਤੇ ਮਿਹਣੇ ਮਾਰੇ। ਜਣੇ ਖਣੇ ਨਾਲ ਵਡਿਆ ਕੇ ਆਪਾ, ਫੁੱਲਿਆ ਫਿਰਦਾ ਵਾਂਗ ਗੁਬਾਰੇ। ਪਰ ਦਿਆ ਰੂਪ ਹੈ ਦਿਆਲ ਪੁਰਖ ਦਾ, ਜੋ ਰਹਿਮਤਾਂ ਪੱਖੋਂ ਬੇਸ਼ੁਮਾਰੇ। ਜੋ ਦੀਨ ਦੁਨੀ ਦਾ ਹੈ ਰਖਵਾਲਾ, ਉਹੀ ਉੱਤਰ ਅੰਦਰ ਬਣੇ ਸਹਾਰੇ। ਕਣ ਕਣ ਦੀ ਹੈ ਜੋ ਕਰਦਾ ਰਾਖੀ, ਵਿੱਚ ਲੈ ਕੇ ਆਪਣੇ ਗੋਲਕ ਧਾਰੇ। ਨਦਰ ਜਿਹਦੀ ਵਿੱਚ ਕੁੱਲ ਬਰਕਤਾਂ, ਕੀ ਕਹੀਏ ਉਸ ਹਸਤੀ ਬਾਰੇ। ਜੋ ਕਰ ਭਲਾ ਕਿਸੇ ਦਾ ਨਾ ਚਿਤਾਰੇ, ਰਾਜਦਾਰਾ ਕੌਣ ਹਜੂਰ ਦਾ ਹੁਲੀਆ ਧਾਰੇ, ਕੌਣ ਹਜੂਰ ਦਾ ਹੁਲੀਆ ਧਾਰੇ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਜੋ ਅੱਜ ਬੋਲਣ ਦਾ ਪਹਿਲੂ ਹੈ ਉਹ ਹੈ ਛੱਡ ਦੇ ਜਿਤਾਉਣਾ ਭਲਿਆ। ਮੁਸਲਸਲ ਚਾਲ ਵਿੱਚ ਚੱਲਦੀ ਇਸ ਸ੍ਰਿਸ਼ਟੀ ਦੇ ਨਾਲ ਨਾਲ ਚੱਲਦਾ ਹੈ ਇਨਸਾਨ, ਪਰ ਚੱਲਦਾ ਸਿਰਫ ਆਪਣੀ ਇੱਕ ਸੀਮਤ ਬੁਨਿਆਦ ਤੱਕ ਹੈ। ਸੀਮਤ ਬੁਨਿਆਦ 'ਚ ਚੱਲਦੇ ਇਨਸਾਨ ਦੇ ਚੱਲਣ ਦਾ ਤਲ ਹੈ ਕਰਮ, ਕਿਉਂਕਿ ਜੇ ਸਰੀਰ ਦੀ ਫਿਜ਼ੀਕਲ ਤੁਰਨ ਫਿਰਨ ਵਾਲੀ ਕਿਰਿਆ ਤੋਂ ਪਾਸੇ ਹੋ ਗੱਲ ਕੀਤੀ ਜਾਵੇ ਤਾਂ ਚੱਲਣ ਦਾ ਤਲ ਕਰਮ ਹੀ ਬਣਦਾ ਹੈ। ਕਰਮ ਦੁਆਰਾ ਇਨਸਾਨ ਵਿਚਰਦਾ ਹੈ, ਕਰਮ ਇਨਸਾਨ ਦਾ ਪਰਿਚੈ ਦਿੰਦਾ ਹੈ। ਇਨਸਾਨ ਦਾ ਹਰ ਕਰਮ ਆਪਣੇ ਅੰਦਰ ਅਲੱਗ ਕਿਰਦਾਰ ਦੀ ਹੋਂਦ ਲੁਕਾਈ ਬੈਠਾ ਹੈ, ਕਿਉਂਕਿ ਹਰ ਕਰਮ ਪਿੱਛੇ ਖੜਾ ਕਰਮ ਕਾਇਦਾ, ਕਰਮ ਦਾ ਦਾਇਰਾ ਅਲੱਗ-ਅਲੱਗ ਹੁੰਦਾ ਹੈ। ਤੇ ਜਦ ਪਿਛਲਾ ਕਰਮ ਕਾਇਦਾ, ਕਰਮ ਦਾਇਰਾ ਭਾਵਨਾ ਦੇ ਪੱਖੋਂ, ਸੋਚ ਦੇ ਪੱਖੋਂ ਅਲੱਗ ਹੋਵੇਗਾ ਤਾਂ ਜ਼ਾਹਰ ਜਹੀ ਗੱਲ ਹੈ ਕਿ ਫਿਰ ਕਰਮ ਤੋਂ ਉਪਜਦਾ ਕਿਰਦਾਰ ਵੀ ਤਾਂ ਵੱਖਰਾ ਹੀ ਨਜ਼ਰੀ ਪਵੇਗਾ। ਜਿਵੇਂ ਨੇਕ ਨੀਅਤ ਨਾਲ ਕਰਮ ਕਮਾਉਣ ਵਾਲੇ ਦਾ ਕਿਰਦਾਰ ਨੇਕ ਹੁੰਦਾ ਹੈ ਤੇ ਹਉਮੈ 'ਚ ਹਵਾਬਾਜੀ 'ਚ ਕਰਮ ਕਮਾਉਣ ਵਾਲੇ ਦਾ ਕਿਰਦਾਰ ਉਸ ਦੇ ਕਰਮ ਦੀ ਨਿਆਈ ਹੰਕਾਰੀ ਤਰਬੀਅਤ ਦਾ ਹੁੰਦਾ ਹੈ। ਤਕਰੀਬਨ ਹੀ ਇਨਸਾਨ ਪ੍ਰਜਾਤੀ ਦਾ ਕਰਮ ਦੋ ਸ਼੍ਰੇਣੀਆਂ ਦਾ ਹੁੰਦਾ ਹੈ, ਇੱਕ ਨੇਕ ਤੇ ਇੱਕ ਅਹਿਸਾਨ। ਅਸੀਂ ਵੇਖਿਆ ਹੋਵੇਗਾ ਕਿ ਸਾਡੇ ਸਮਾਜ ਵਿੱਚ ਕਈ ਇਨਸਾਨ ਅਜਿਹੀ ਮਾਨਸਿਕਤਾ ਨਾਲ ਵਿਚਰਦੇ ਹਨ ਕਿ ਉਹ ਹਮੇਸ਼ਾ ਕਿਸੇ ਵਿਅਕਤੀ ਨੂੰ ਆਪਣੇ ਅਹਿਸਾਨ ਦੇ ਬੋਝ ਥੱਲੇ ਦਬਾ ਕੇ ਉਸ ਨੂੰ ਆਪਣਾ ਕਰਜ਼ਦਾਰ, ਦੇਣਦਾਰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ। ਤੇ ਕਈ ਇਨਸਾਨ ਇਸ ਉਪਰੋਕਤ ਸੁਭਾਅ ਪ੍ਰਵਿਰਤੀ ਦੇ ਵਿਪਰੀਤ ਚੰਗੇ ਨੇਕਦਾਰੀ ਵਾਲੇ ਸੁਭਾਅ ਨਾਲ ਕਿਸੇ ਦੇ ਮਦਦਗਾਰ ਬਣਦੇ ਹਨ। ਹੁਣ ਜੇ ਇਹਨਾਂ ਦੋਵਾਂ ਅਲੱਗ-ਅਲੱਗ ਪਰਿਸਥਿਤੀਆਂ 'ਚ ਕਰਮ ਕਮਾ ਰਹੇ ਇਨਸਾਨਾਂ ਦੀ ਕਰਮ ਪਿਛਲੀ ਨੀਤੀ ਨੀਅਤ ਵਾਲੀ ਗੱਲ ਨੂੰ ਇੱਕ ਪਲ ਲਈ ਪਾਸੇ ਰੱਖ ਵੇਖੀਏ ਤਾਂ ਦੋਹਾਂ ਹੀ ਤਰੀਕਿਆਂ ਨਾਲ ਕੀਤੀ ਕਿਸੇ ਦੀ ਮਦਦ ਹੀ ਜਾ ਰਹੀ ਹੁੰਦੀ ਹੈ, ਜੋ ਵੇਖਣ ਦੇ ਪੱਖ ਤੋਂ ਕਿਤੇ ਨਾ ਕਿਤੇ ਸਮਾਨ ਰੂਪ ਹੁੰਦੀ ਹੈ, ਪਰ ਜਦੋਂ ਨਜ਼ਰੀ ਪੈਂਦੇ ਪੱਖ ਤੋਂ ਪਿੱਛੇ ਹੋ ਨੀਤੀ ਨੀਅਤ ਵੱਲ, ਸੋਚ ਵੱਲ ਗੌਰ ਕਰੀਏ ਤਾਂ ਕਮਾਏ ਜਾ ਰਹੇ ਦੋਵਾਂ ਕਰਮਾਂ ਪਿਛਲੇ ਮਕਸਦ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਅਹਿਸਾਨ ਕਰਨ ਵਾਲੀ ਤਰਬੀਅਤ ਨਾਲ ਕਰਮ ਕਮਾ ਰਿਹਾ ਇਨਸਾਨ ਨੀਵੇਂ ਦਰਜੇ ਦੀ ਆਪਣੀ ਸੈਲਫ ਸੈਂਟਰਡ ਸੋਚਣੀ ਵਿੱਚ ਜਕੜਿਆ ਇਹ ਸੋਚ ਕੇ ਕਰਮ ਕਮਾ ਰਿਹਾ ਹੁੰਦਾ ਹੈ ਕਿ ਅਗਲਾ ਮੇਰੇ ਅਹਿਸਾਨਾਂ ਥੱਲੇ ਦੱਬਿਆ ਜਾਵੇ, ਮੇਰੇ ਅੱਗੇ ਪਿੱਛੇ ਜੀ ਕਰਦਾ ਫਿਰੇ, ਮੇਰੀ ਜੀ ਹਜ਼ੂਰੀ ਕਰੇ। ਇਸ ਤਰਬੀਅਤ ਵਾਲਾ ਇਨਸਾਨ ਤਾਂ ਕਈ ਵਾਰੀ ਆਪਣੇ ਕਮਾਏ ਕਰਮ ਦਾ ਇਸ ਤਲ ਤੱਕ ਜਾ ਕੇ ਵੀ ਮੁੱਲ ਵਸੂਲਣ ਦੀ ਕੋਸ਼ਿਸ਼ ਕਰਦਾ ਹੈ ਕਿ ਚਾਰ ਜੀ ਮੇਰੇ ਕੀਤੇ ਦੀ ਵਡਿਆਈ ਕਰਨ ਤੇ ਮੇਰੀ ਬੱਲੇ ਬੱਲੇ ਹੋਵੇ। ਅਗਲੇ ਕੋਲੋਂ ਵਾਪਸੀ ਦੀ ਮਨਸਾ ਰੱਖਦਾ ਹੈ ਤੇ ਫਿਰ ਉਹ ਵੀ ਇਸ ਤਰੀਕੇ ਨਾਲ ਰੱਖਦਾ ਹੈ ਕਿ ਅਗਲਾ ਸਾਰੀ ਉਮਰ ਮੇਰੇ ਕੀਤੇ ਅਹਿਸਾਨਾਂ ਦਾ ਮੁੱਲ ਭਰਦਾ ਰਹੇ, ਜਦ ਕਿ ਇਸ ਫਿਤਰਤ ਦੇ ਵਿਪਰੀਤ ਆਉਂਦਾ ਹੈ ਇਨਸਾਨੀ ਸੁਭਾਅ ਦਾ ਸਾਊ ਪੱਖ ਨੇਕੀ, ਜਿਸ ਵਿੱਚ ਕਿਸੇ ਵੀ ਰਿਟਰਨ ਦੀ ਅਜਿਹੀ ਕਿਸੇ ਆਸਾ ਮਨਸਾ ਦੀ ਕੋਈ ਆਸ ਨਹੀਂ ਹੁੰਦੀ। ਆਪਣਾ ਆਪ ਵਡਿਆਉਣ ਦਾ, ਆਪਣਾ ਆਪ ਸਲਾਉਣ ਦਾ ਜਾਂ ਜਿਤਾਉਣ ਦਾ ਕੋਈ ਚਸਕਾ ਨਹੀਂ ਹੁੰਦਾ। ਬਸ ਨੇਕ ਸੋਚਣੀ ਨਾਲ, ਨੇਕ ਭਾਵਾਂ ਨਾਲ ਖਿਆਲ ਹੁੰਦਾ ਹੈ ਕਿਸੇ ਦੀ ਮਦਦ ਕਰਨ ਦਾ, ਤੇ ਫਿਰ ਅਜਿਹੇ ਸਾਊ ਵਤੀਰੇ ਦਾ ਤਾਲੁਕ ਗੁਣੀ ਅਕੀਦੇ ਮੁਤਾਬਕ ਪਰਮਾਤਮਾ ਨਾਲ ਹੁੰਦਾ ਹੈ, ਕਿਉਂਕਿ ਦੇ ਕੇ ਜਿਤਾਉਣਾ ਨਹੀਂ ਸਿਰਫ ਉਸ ਪਰਮ ਪਿਤਾ ਪਰਮਾਤਮਾ ਦਾ ਸੁਭਾਅ ਹੈ। ਤਾਂ ਹੀ ਤਾਂ ਕਹਿੰਦੇ ਨੇ ਨੇਕੀ ਪਰਮਾਤਮਾ ਦੇ ਘਰ ਦਾ ਗੁਣ ਹੈ। ਤਾਂ ਹੀ ਤਾਂ ਫਿਰ ਉਹ ਪਰਮ ਪਿਤਾ ਪਰਮਾਤਮਾ ਸਦਾ ਨੇਕੀ ਕਰਦਾ ਹੈ। ਨੇਕੀ ਕੀਤੀ ਏ ਸਾਡੇ ਤੇ ਕਿ ਸਾਨੂੰ ਇਹ ਮਨੁੱਖਾ ਜਨਮ ਦਿੱਤਾ, ਪਰ ਅਸੀਂ ਇਸ ਨੇਕੀ ਦੇ ਪਾਤਰ ਬਣ ਕੇ ਵੀ ਨੇਕੀ ਕਮਾਉਣੀ ਛੱਡ ਅਹਿਸਾਨ ਕਮਾਉਣ ਤੁਰ ਪਏ ਹਾਂ। ਅਸੀਂ ਆਪਣੀ ਮੈਂ ਵਾਲੀ ਹੋਂਦ ਨੂੰ ਖੜਾ ਕਰ ਅਹਿਸਾਨ ਕਮਾਉਂਦੇ ਹਾਂ ਤੇ ਹੋਰਾਂ ਕੋਲੋਂ ਅਹਿਸਾਨਾਂ ਦਾ ਮੁੱਲ ਵਿਹਾਜਦੇ ਹਾਂ, ਪਰ ਭੁੱਲ ਜਾਂਦੇ ਹਾਂ ਕਿ ਮੁੱਲ ਤਾਂ ਅਸੀਂ ਵੀ ਕਿਸੇ ਦੇ ਅਹਿਸਾਨਾਂ ਦਾ ਤਾਰਨਾ ਹੈ,
ਕਿਉਂਕਿ ਸਾਡੇ ਸਭ ਦੇ ਚੱਲਦੇ ਸਾਹ, ਸਾਡਾ ਸਭ ਦਾ ਜੀਵਨ ਨਿਰਬਾਹ ਲਈ, ਜੀਵਤ ਹੋਂਦ ਲਈ ਹਵਾ, ਪਾਣੀ, ਸੂਰਜ ਦੀ ਰੋਸ਼ਨੀ, ਨਿੱਘ, ਖਾਦ ਪਦਾਰਥ ਦੀ ਉਪਜ, ਖਣਿਜ ਧਾਤਾਂ ਆਦਿ ਜਿਨ੍ਹਾਂ ਨੂੰ ਅੱਜ ਅਸੀਂ ਮਾਣ ਰਹੇ ਹਾਂ, ਜਿਨ੍ਹਾਂ ਨਾਲ ਅੱਜ ਅਸੀਂ ਜੀ ਰਹੇ ਹਾਂ, ਇਹ ਸਭ ਦਾਤੇ ਦੀਆਂ ਦਿੱਤੀਆਂ ਸੁਗਾਤਾਂ ਨੇ, ਪਰਮਾਤਮਾ ਦਾ ਕੀਤਾ ਅਹਿਸਾਨ ਹੈ। ਤੇ ਇਸ ਤਲ ਤੋਂ ਜੇ ਵੇਖੀਏ ਤਾਂ ਅਸੀਂ ਸਭ ਉਸ ਪਰਮ ਪਿਤਾ ਪਰਮਾਤਮਾ ਦੇ ਦੇਣਦਾਰ ਹਾਂ, ਉਸ ਦੇ ਕੀਤੇ ਅਤਿਅੰਤ ਅਹਿਸਾਨਾਂ ਦੇ ਤਾਬਿਆਦਾਰ ਹਾਂ, ਜਿਨ੍ਹਾਂ ਦਾ ਜ਼ਿਕਰ ਕਰਨਾ ਵੀ ਔਖਾ ਹੈ। ਅੱਜ ਅਸੀਂ ਆਪਣੇ ਹੱਥੀਂ ਕੀਤੇ ਅਹਿਸਾਨਾਂ ਦਾ ਮੁੱਲ ਲੋਚ ਲਿਆ, ਪਰ ਕੀ ਅਸੀਂ ਕਦੀ ਪਰਮਾਤਮਾ ਦੇ ਅਹਿਸਾਨਾਂ ਦਾ ਮੁੱਲ ਤਾਰਿਆ ਹੈ? ਖੈਰ, ਅਸੀਂ ਤਾਰ ਵੀ ਨਹੀਂ ਸਕਦੇ। ਕੀ ਕਰ ਉਸ ਬਾਪ ਦੇ ਅਹਿਸਾਨਾਂ ਦਾ ਮੁੱਲ ਤਾਰਾਂਗੇ? ਸਭ ਕੁਝ ਤੇ ਉਸ ਦਾ ਹੈ, ਕੁਝ ਵੀ ਤਾਂ ਉਸ ਤੋਂ ਬਾਹਰ ਨਹੀਂ। ਕੀ ਕਹਾਂਗੇ, ਕੀ ਭੇਟ ਕਰਾਂਗੇ, ਕੀ ਉਸ ਦੇ ਅੱਗੇ ਰੱਖਾਂਗੇ? ਕੁਝ ਵੀ ਨਹੀਂ। ਇਸ ਲਈ ਉਸ ਦੇ ਗੁਣਾਂ ਨੂੰ, ਉਸ ਦੀ ਸਮਝ ਨੂੰ ਕਮਾ ਕੇ ਹਿੰਦੂ ਤੁਰਕ ਕੋ ਰਾਫਜੀ ਇਮਾਮ ਸਾਫੀ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਬੋ, ਏਕ ਪਿਤਾ ਏਕਸ ਕੇ ਹਮ ਬਾਰਿਕ ਵਾਲੇ ਨਾਤੇ ਦਾ ਅਹਿਸਾਸ ਕੋਲ ਰੱਖ ਲਈਏ। ਕਿਉਂਕਿ ਜਦ ਪਰਮ ਪਿਤਾ ਪਰਮਾਤਮਾ ਦੇ ਪ੍ਰੇਮ ਦਾ, ਸਦਗੁਣਾਂ ਦੀ ਪੜ੍ਹਾਈ ਕਢਾਈ ਦਾ, ਅਸਲ ਨਾਤੇ ਦਾ, ਸਰਬ ਸਾਂਝੇ ਪਿਤਾ ਤੋਂ ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਸਾਂਝੇ ਭੈਣ ਭਾਈਆਂ ਵਾਲਾ ਅਹਿਸਾਸ ਜ਼ਹਿਨੀਅਤ 'ਚ ਗਹਿਰਾ ਉਤਰ ਜਾਂਦਾ ਹੈ, ਤਾਂ ਅਹਿਸਾਨ ਕਰਨ ਵਾਲੀ ਤਰਬੀਅਤ ਆਪਣੇ ਆਪ ਕਰਵਟ ਲੈ ਨੇਕੀ ਵਾਲੇ ਖਾਤੇ ਪੈ ਜਾਂਦੀ ਹੈ, ਤੇ ਅਸੀਂ ਆਪ ਦੇ ਪਿਤਾ ਸਤਿਪੁਰਖ ਸਤਿ ਸ੍ਰੀ ਅਕਾਲ ਪੁਰਖ ਪਿਤਾ ਜੀ ਦੇ ਖਿਦਮਤਦਾਰ, ਤਾਬਿਆਦਾਰ, ਸ਼ੁਕਰਗੁਜ਼ਾਰ ਹੋ ਜਾਂਦੇ ਹਾਂ। ਸੋ ਕਰਮ ਦੇ ਇਸ ਲੋਕ 'ਚ ਵਿਚਰਦਿਆਂ ਕਰਮ ਪ੍ਰਵਿਰਤੀਆਂ ਦੁਆਰਾ ਅਹਿਸਾਨ ਕਰਨੇ ਛੱਡ ਕੇ ਨੇਕੀ ਕਮਾਈਏ, ਕਿਉਂਕਿ ਨੇਕੀ ਹੀ ਨੇਕ ਦੁਆ ਹੈ, ਨੇਕੀ ਹੀ ਖੁਦਾ ਦੇ ਘਰ ਦਾ ਰਾਹ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।